मेरे प्यारे विद्यार्थी साथियों, ਅੱਜ ਅਸੀਂ ਕਰਾਂਗੇ ਅਰਸਤੂ ਦਾ ਅਨੁਕਰਨ ਸਿਧਾਂਤ। ਅਰਸਤੂ ਦਾ ਅਨੁਕਰਨ ਸਿਧਾਂਤ ਇਸ ਵਿਸ਼ੇ ਦੇ ਉੱਪਰ ਅੱਜ ਅਸੀਂ ਇਹ ਲੈਕਚਰ ਕਰਾਂਗੇ। ਇਸ ਦੇ ਵਿੱਚ ਗੱਲਬਾਤ ਕਰਾਂਗੇ। ਪਹਿਲਾਂ ਆਪਾਂ ਥੋੜ੍ਹਾ ਜਿਹਾ ਅਰਸਤੂ ਬਾਰੇ ਗੱਲ ਕਰ ਲੈਂਦੇ ਹਾਂ। ਅਰਸਤੂ ਇੱਕ ਬਹੁਤ ਵੱਡਾ ਫਿਲਾਸਫਰ ਹੋਇਆ, ਜਿਹੜਾ ਕਿ ਪੁਰਾਤਨ ਕਾਲ ਦੇ ਵਿੱਚ ਹੋਇਆ। ਅਰਸਤੂ ਦਾ ਜਨਮ 384 ਪੂਰਵ ਈਸਵੀ ਵਿੱਚ ਹੋਇਆ ਸੀਗਾ, ਜਾਣੀ ਕਿ ਬਹੁਤ ਪਹਿਲਾਂ ਇਸ ਫਿਲਾਸਫਰ ਦਾ ਜਨਮ ਹੋਇਆ। ਅਤੇ ਇੰਨਾ ਸਮਾਂ ਪਹਿਲਾਂ ਅਰਸਤੂ ਨੇ ਜਿਹੜੀ ਫਿਲਾਸਫੀ ਦਿੱਤੀ ਆ, ਉਹ ਬੜੀ ਕਮਾਲ ਦੀ ਫਿਲਾਸਫੀ ਸੀ, ਜਿਹਨੂੰ ਅੱਜ ਤੱਕ ਵੀ ਮਤਲਬ ਧਿਆਨ ਦੇ ਵਿੱਚ ਰੱਖ ਕੇ ਹੀ ਅੱਜ ਦੇ ਫੌਜੀ ਜਿਹੜੇ ਹੈਗੇ ਆ, ਉਹ ਧਿਆਨ ਦੇ ਵਿੱਚ ਰੱਖ ਕੇ ਹੀ ਉਹਨੂੰ ਆਪਣੀ ਗੱਲ ਕਰਦੇ ਆ। ਤਾਂ ਇਸ ਗੱਲ ਤੋਂ ਇਹ ਸਹਿਜੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਅਰਸਤੂ ਦੀ ਜਿਹੜੀ ਫਿਲਾਸਫੀ ਆ, ਉਹਦਾ ਅੱਜ ਦੇ ਸਮੇਂ ਵਿੱਚ ਵੀ ਕਿੰਨਾ ਮਹੱਤਵ ਹੈ। ਤਾਂ ਜਿਹੜਾ ਅਰਸਤੂ ਸੀਗਾ, ਇਹ ਅਫਲਾਤੂਨ ਵੀ ਇੱਕ ਫਿਲਾਸਫਰ ਹੋਇਆ। ਇਹ ਅਫਲਾਤੂਨ ਦਾ ਚੇਲਾ ਸੀ। ਅਫਲਾਤੂਨ ਦੀ ਸੰਸਥਾ ਦੇ ਵਿੱਚ ਅਰਸਤੂ ਨੇ ਕਈ ਸਾਲ ਸਿੱਖਿਆ ਪ੍ਰਾਪਤ ਕੀਤੀ ਅਤੇ ਅਫਲਾਤੂਨ ਦਾ ਇਹ ਸ਼ਾਗਿਰਦ ਰਿਹਾ। ਅਫਲਾਤੂਨ ਦੇ ਬਹੁਤ ਹੀ ਚਹੇਤੇ ਅਤੇ ਸੂਝਵਾਨ ਮਤਲਬ ਸ਼ਾਗਿਰਦਾਂ ਦੇ ਵਿੱਚੋਂ ਅਰਸਤੂ ਮੰਨਿਆ ਜਾਂਦਾ ਸੀ। ਜਾਣੀ ਕਿ ਅਫਲਾਤੂਨ ਇਹ ਮੰਨਦਾ ਸੀਗਾ ਵੀ ਮੇਰੀ ਜਿਹੜੀ ਸਿੱਖਿਆ ਸੰਸਥਾ ਹੈਗੀ ਆ, ਅਰਸਤੂ ਉਸ ਦਾ ਦਿਮਾਗ ਆ। ਜਾਣੀ ਕਿ ਅਫਲਾਤੂਨ ਆਪਣੇ ਚੇਲੇ ਅਰਸਤੂ ਤੋਂ ਬਹੁਤ ਹੀ ਪ੍ਰਭਾਵਿਤ ਸੀ। ਅਫਲਾਤੂਨ ਨੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਥਿਊਰੀਆਂ ਦਿੱਤੀਆਂ ਨੇ ਵੱਖ-ਵੱਖ ਵਿਸ਼ਿਆਂ ਦੇ ਸੰਬੰਧ ਵਿੱਚ, ਪਰ ਜਿਹੜਾ ਅਰਸਤੂ ਸੀਗਾ, ਉਹ ਆਪਣੇ ਗੁਰੂ ਤੋਂ ਸਿੱਖਿਆ ਤਾਂ ਲੈ ਰਿਹਾ ਸੀ, ਪਰ ਉਹ ਅੱਖਾਂ ਬੰਦ ਕਰਕੇ ਆਪਣੇ ਗੁਰੂ ਦੀ ਫਿਲਾਸਫੀ ਦੇ ਵਿੱਚ ਹਾਮੀ ਨਹੀਂ ਭਰਦਾ ਸੀ। ਉਹ ਆਪਣੇ ਦਿਮਾਗ ਦੇ ਨਾਲ ਪੜਚੋਲ ਕਰਦਾ ਸੀ ਅਤੇ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਅਰਸਤੂ ਨੇ ਅਫਲਾਤੂਨ ਦੇ ਜਿਹੜੇ ਸਿਧਾਂਤ ਸੀ, ਉਹਨਾਂ ਦੀ ਸੋਧ ਕੀਤੀ ਆ, ਜਾਂ ਉਹਨਾਂ ਤੋਂ ਇਨਕਾਰੀ ਹੋਇਆ ਉਹ, ਜਾਂ ਉਹਨਾਂ ਨੂੰ ਪੜ੍ਹ ਕੇ ਇੱਕ ਨਵੀਂ ਦਿਸ਼ਾ ਦੇ ਵਿੱਚ ਤੁਰਿਆ ਅਰਸਤੂ। ਤਾਂ ਇਹ ਗੱਲ ਇੱਕ ਬਹੁਤ ਹੀ ਵਿਸ਼ੇਸ਼ ਹੈ ਵੀ ਅਰਸਤੂ ਆਪਣੇ ਗੁਰੂ ਨੂੰ ਵੀ ਚੈਲੰਜ ਕਰਨ ਵਾਲਾ ਇੱਕ ਵੱਡਾ ਫਿਲਾਸਫਰ ਸੀ। ਤਾਂ ਜਿਹੜਾ ਅਰਸਤੂ ਆ, ਉਹਨੇ ਬਹੁਤ ਵਿਸ਼ਿਆਂ ਦੇ ਵਿੱਚ ਆਪਣੀ ਫਿਲਾਸਫੀ ਦਿੱਤੀ ਆ, ਜਿਵੇਂ ਕਿ ਭੌਤਿਕ ਵਿਗਿਆਨ, ਮਨੋਵਿਗਿਆਨ, ਰਾਜਨੀਤੀ ਸ਼ਾਸਤਰ, ਕਾਵਿ ਸ਼ਾਸਤਰ, ਠੀਕ ਆ। ਇਹਨਾਂ ਸਾਰੇ ਵਿਸ਼ਿਆਂ ਦੇ ਵਿੱਚ ਉਹਨੇ ਆਪਣੀ ਜਿਹੜੀ ਫਿਲਾਸਫੀ, ਆਪਣੇ ਸਿਧਾਂਤ ਆ, ਉਹ ਦਿੱਤੇ ਆ। ਅਤੇ ਇਹ ਸਾਰੇ ਵਿਸ਼ਿਆਂ ਦੇ ਵਿੱਚ ਜਿਹੜੇ ਉਹਦੇ ਸਿਧਾਂਤ ਦਿੱਤੇ ਹੋਏ ਨੇ, ਉਹਨਾਂ ਨੂੰ ਬਾਕੀ ਦੇ ਬਾਅਦ ਵਾਲੇ ਫਿਲਾਸਫਰ ਸਟੱਡੀ ਕਰਕੇ ਹੀ ਅੱਗੇ ਆਪਣੀ ਫਿਲਾਸਫੀ ਦਾ ਪੱਖ ਰੱਖਦੇ ਰਹੇ ਆ। ਹੁਣ ਤੱਕ ਇਹੀ ਸਿਲਸਿਲਾ ਚੱਲਦਾ ਰਿਹਾ। ਤਾਂ ਆਪਾਂ ਅਰਸਤੂ ਦੇ ਅਨੁਕਰਨ ਸਿਧਾਂਤ ਦੀ ਇੱਥੇ ਮੇਨ ਗੱਲ ਕਰਨੀ ਆ। ਅਰਸਤੂ ਬਾਰੇ ਆਪਾਂ ਥੋੜ੍ਹੀ ਜਿਹੀ ਸੰਖੇਪ ਜਾਣਕਾਰੀ ਇੱਥੇ ਆਪਾਂ ਜਿਹੜੀ ਹੈਗੀ ਆ, ਉਹਦਾ ਆਪਾਂ ਅਧਿਐਨ ਕੀਤਾ ਵੀ ਜਿਹੜਾ ਅਰਸਤੂ ਸੀਗਾ, ਉਹ ਅਫਲਾਤੂਨ ਜਿਹੜਾ ਇੱਕ ਫਿਲਾਸਫਰ ਸੀ, ਉਹਦਾ ਚੇਲਾ ਸੀਗਾ। ਉਹਦੀ ਸਿੱਖਿਆ ਸੰਸਥਾ ਦੇ ਵਿੱਚ ਉਹ ਕਈ ਸਾਲ ਸਿੱਖਿਆ ਲੈਂਦਾ ਰਿਹਾ ਅਤੇ ਬਾਅਦ ਦੇ ਵਿੱਚ ਉਹਨੇ ਇੱਕ ਆਜ਼ਾਦ ਤੌਰ 'ਤੇ ਆਪਣੀ ਜਿਹੜੀ ਫਿਲਾਸਫੀ ਆ, ਉਹ ਵੱਖ-ਵੱਖ ਵਿਸ਼ਿਆਂ ਦੇ ਵਿੱਚ ਦਿੱਤੀ ਆ, ਅਤੇ ਜਿਹਨੂੰ ਅੱਜ ਦੇ ਸਮੇਂ ਤੱਕ ਵੀ ਮਾਨਤਾ ਮਿਲ ਰਹੀ ਆ। ਯਾਨੀ ਕਿ ਅੱਜ ਦੇ ਸਮੇਂ ਵਿੱਚ ਵੀ ਅਰਸਤੂ ਦੀ ਜਿਹੜੀ ਫਿਲਾਸਫੀ ਆ, ਉਹਨੂੰ ਕੱਟਿਆ ਨਹੀਂ ਗਿਆ। ਤਾਂ ਹੁਣ ਅਸੀਂ ਅਰਸਤੂ ਦੇ ਅਨੁਕਰਨ ਸਿਧਾਂਤ ਦੀ ਗੱਲ ਕਰਾਂਗੇ ਇੱਥੇ, ਕਿਉਂਕਿ ਜਿਹੜਾ ਸਾਡਾ ਇਸ ਲੈਕਚਰ ਦਾ ਜਿਹੜਾ ਵਿਸ਼ਾ ਹੈ ਚਰਚਾ ਦਾ, ਉਹ ਹੈ ਅਰਸਤੂ ਦਾ ਅਨੁਕਰਨ ਸਿਧਾਂਤ। ਅਰਸਤੂ ਬਾਰੇ ਆਪਾਂ ਗੱਲ ਕਰ ਲਈ ਆ। ਅਨੁਕਰਨ ਸਿਧਾਂਤ ਦੀ ਜੇ ਆਪਾਂ ਸੌਖੇ ਸ਼ਬਦਾਂ ਵਿੱਚ ਆਪਾਂ ਇਹਦੇ ਅਰਥ ਲੱਭਣੇ ਹੋਣ, ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਅਨੁਕਰਨ ਦਾ ਮਤਲਬ ਹੁੰਦਾ ਨਕਲ ਕਰਨਾ, ਕਾਪੀ ਕਰਨਾ, ਨਕਲ ਕਰਨਾ। ਅਨੁਕਰਨ ਤੋਂ ਭਾਵ ਵੀ ਇਹ ਹੁੰਦਾ ਨਕਲ ਕਰਨਾ। ਤਾਂ ਇਹ ਜਿਹੜਾ ਸ਼ਬਦ ਆ ਅਨੁਕਰਨ, ਇਹ ਅਰਸਤੂ ਨੇ ਪਹਿਲੀ ਵਾਰ ਨਹੀਂ ਵਰਤਿਆ ਸੀ। ਅਰਸਤੂ ਤੋਂ ਪਹਿਲਾਂ ਅਫਲਾਤੂਨ ਨੇ ਵੀ ਅਨੁਕਰਨ ਸ਼ਬਦ ਦੀ ਵਰਤੋਂ ਕੀਤੀ ਆ, ਪਰ ਅਫਲਾਤੂਨ ਨੇ ਕਿਸੇ ਹੋਰ ਸੰਦਰਭ ਵਿੱਚ ਕੀਤੀ ਆ। ਅਫਲਾਤੂਨ ਦਾ ਇਹ ਮੰਨਣਾ ਸੀ ਵੀ ਜਿਹੜਾ ਸਾਹਿਤ ਆ ਜਾਂ ਜਿਹੜਾ ਕਾਵ ਆ, ਉਹ ਮਤਲਬ ਕਾਪੀ ਆ, ਅਨੁਕਰਨ ਆ। ਉਹ ਕਾਪੀ ਕਿਹਦੀ ਆ?
ਬਈ ਉਹ ਅਸਲ ਵਰਤਾਰਾ ਜਿਹੜਾ ਕੁਦਰਤ ਦਾ, ਅਸਲ ਵਰਤਾਰਾ ਜਿਹੜਾ ਕੁਦਰਤ ਦਾ ਹੈ, ਉਹ ਦੀ ਕਾਪੀ ਕਾਵਿ ਦੇ ਵਿੱਚ ਕੀਤੀ ਜਾਂਦੀ ਆ। ਵੀ ਅਸਲ ਜੀਵਨ ਦੀ ਕਾਪੀ ਕਾਵਿ ਦੇ ਵਿੱਚ ਜਿਹੜਾ ਕਵੀ ਆ ਜਾਂ ਸਾਹਿਤਕਾਰ ਆ ਉਹ ਕਰਦਾ। ਇਸ ਕਰਕੇ ਅਫਲਾਤੂਨ ਇਹ ਮੰਨਦਾ ਵੀ ਜਿਹੜਾ ਕਾਵਿ ਆ ਉਹਦਾ ਕੋਈ ਖਾਸ ਮਹੱਤਵ ਨਹੀਂ ਹੈ। ਠੀਕ ਹੈ, ਉਹ ਮਤਲਬ ਨਿਰਾਰਥਕ ਪੱਖ ਤੋਂ ਅਫਲਾਤੂਨ ਲੈਂਦਾ ਕਾਵਿ ਨੂੰ, ਅਤੇ ਉਹ ਕਵੀ ਨੂੰ ਅਤੇ ਕਾਵਿ ਨੂੰ ਇੱਕ ਵਿਅਰਥ ਦੀ ਚੀਜ਼ ਮੰਨਦਾ। ਉਹ ਕਹਿੰਦਾ ਵੀ ਕਾਵਿ ਦੇ ਵਿੱਚ ਅਨੁਕਰਨ ਹੈ, ਕਾਪੀ ਆ, ਇਸ ਕਰਕੇ ਇਹ ਜਿਹੜਾ ਕਾਵਿ ਆ ਇਹ ਸੱਚ ਤੋਂ ਬਹੁਤ ਦੂਰ ਆ। ਇਹ ਸੱਚ ਹੈ ਹੀ ਨਹੀਂਗਾ। ਜਿਹੜੀ ਚੀਜ਼ ਦੇ ਵਿੱਚ ਸੱਚ ਹੀ ਹੈ ਨਹੀਂਗਾ, ਸਿਰਫ ਕਲਪਨਾ ਜਾਂ ਕਾਪੀ ਆ, ਉਸ ਦਾ ਕਦੇ ਵੀ ਜੀਵਨ ਦੇ ਵਿੱਚ ਮਹੱਤਵ ਨਹੀਂ ਹੋ ਸਕਦਾ। ਤਾਂ ਇਹ ਅਫਲਾਤੂਨ ਦੇ ਜਿਹੜੀ ਫਿਲਾਸਫੀ ਦੇ ਵਿਚਾਰ ਨੇ ਇਹ, ਜਾਣੀ ਕਿ ਅਫਲਾਤੂਨ ਸਾਹਿਤਕਾਰ ਨੂੰ, ਕਾਵਿ ਨੂੰ ਇਸ ਕਰਕੇ ਮਤਲਬ ਰਿਜੈਕਟ ਕਰਦਾ ਕਿ ਉਹ ਅਨੁਕਰਨ ਹੈ, ਕਿ ਉਹ ਕਾਪੀ ਆ ਜੀਵਨ ਦੀ, ਇਸ ਕਰਕੇ ਉਹ ਮਹੱਤਵਪੂਰਨ ਨਹੀਂ ਹੈ। ਪਰ ਅਰਸਤੂ ਦਾ ਜਿਹੜਾ ਅਨੁਕਰਨ ਦਾ ਸਿਧਾਂਤ ਹੈ ਉਹ ਅਫਲਾਤੂਨ ਤੋਂ ਬਿਲਕੁਲ ਵੱਖਰਾ। ਅਫਲਾਤੂਨ ਦੇ ਇਸ ਸਿਧਾਂਤ ਦੀ ਸਟੱਡੀ ਕਰਦਾ ਹੋਇਆ ਅਰਸਤੂ ਆਪਣੇ ਇੱਕ ਨਵੇਂ ਵਿਚਾਰ ਦਿੰਦਾ ਵਾ ਅਨੁਕਰਨ ਦੇ ਸਿਧਾਂਤ ਦੇ ਅਧੀਨ। ਤਾਂ ਅਰਸਤੂ ਇਹਨੂੰ ਇੱਕ ਸਕਾਰਾਤਮਕ ਰੂਪ ਦੇ ਵਿੱਚ ਲੈਂਦਾ। ਅਰਸਤੂ ਕਹਿੰਦਾ ਵੀ ਠੀਕ ਆ, ਜਿਹੜਾ ਕਾਵਿ ਹੈ ਉਹ ਅਨੁਕਰਨ ਆ ਅਸਲ ਜ਼ਿੰਦਗੀ ਦਾ, ਅਨੁਕਰਨ ਹੈ ਉਹ, ਪਰ ਅਸਲ ਜੀਵਨ ਦੇ ਵਿੱਚ ਜਿਹੜੇ ਦੁੱਖ ਨੇ, ਤਕਲੀਫਾਂ ਨੇ, ਜਾਂ ਜਿਹੜੀ ਤਰਾਸਦੀ ਆ, ਜਾਂ ਸੁਖਾਂਤ ਆ ਜਾਂ ਦੁਖਾਂਤ ਆ, ਉਹਨੂੰ ਕਵੀ ਜਿਹੜਾ ਹੈ ਉਹਦੀ ਨਕਲ ਕਰਕੇ ਆਪਣੇ ਕਾਵਿ ਦੇ ਵਿੱਚ ਉਹਨੂੰ ਪੇਸ਼ ਕਰਦਾ। ਅਤੇ ਉਹ ਤੱਥਾਂ ਸਹਿਤ ਭਾਵੇਂ ਨਾ ਹੋਵੇ, ਪਰ ਉਹ ਸੱਚ ਜ਼ਰੂਰ ਹੁੰਦਾ ਜੀਵਨ ਦਾ। ਕਵੀ ਕਾਵਿ ਦੇ ਵਿੱਚ ਜਿਹੜੀ ਚੀਜ਼ ਦੀ ਕਾਪੀ ਕਰਦਾ ਜਾਂ ਅਨੁਕਰਨ ਕਰਦਾ, ਉਹ ਜ਼ਿੰਦਗੀ ਦਾ ਸੱਚ ਹੁੰਦੇ ਨੇ। ਅਰਸਤੂ ਤਾਂ ਇੱਥੋਂ ਤੱਕ ਵੀ ਕਹਿੰਦਾ ਵੀ ਜਿਹੜਾ ਇਤਿਹਾਸਕਾਰ ਆ ਉਹ ਇਤਿਹਾਸ ਲਿਖਦਾ, ਇਤਿਹਾਸ ਉਹ ਤੱਥਾਂ ਦੇ ਉੱਪਰ ਆਧਾਰਿਤ ਲਿਖਦਾ, ਤੱਥ ਪੇਸ਼ ਕਰਦਾ ਉਹਦੇ ਵਿੱਚ। ਪਰ ਜਿਹੜਾ ਸਾਹਿਤਕਾਰ ਆ ਉਹ ਇਤਿਹਾਸਕਾਰ ਤੋਂ ਕਿਤੇ ਉੱਪਰ ਆ, ਕਿਉਂਕਿ ਉਹ ਜ਼ਿੰਦਗੀ ਦਾ ਉਹ ਸੱਚ ਵੀ ਬਿਆਨ ਕਰ ਦਿੰਦਾ ਜਿਹੜਾ ਤੱਥਾਂ ਦੇ ਘੇਰੇ ਤੋਂ ਵੀ ਬਾਹਰ ਹੁੰਦਾ। ਤੱਥਾਂ ਦੇ ਘੇਰੇ ਵਿੱਚ ਵੀ ਜਿਹੜਾ ਸਿਮਟ ਨਹੀਂ ਸਕਦਾ, ਉਹ ਸੱਚ ਵੀ ਕਵੀ ਅਨੁਕਰਨ ਦੇ ਰਾਹੀਂ ਮਤਲਬ ਜ਼ਿੰਦਗੀ ਦਾ ਸੱਚ ਬਿਆਨ ਕਰ ਦਿੰਦਾ। ਔਰ ਉਹ ਬਿਆਨ ਕਰਨ ਦਾ ਢੰਗ ਜਿਹੜਾ ਹੁੰਦਾ ਉਹ ਇੰਨਾ ਜ਼ਿਆਦਾ ਸੂਖਮ ਅਤੇ ਕੋਮਲ ਹੁੰਦਾ ਵੀ ਉਹ ਸਾਰੀਆਂ ਪਰਤਾਂ ਜਿਹੜੀਆਂ ਹੈਗੀਆਂ ਉਸ ਸੱਚ ਦੀਆਂ ਉਹ ਆਪਣੇ ਕਾਵਿ ਦੇ ਵਿੱਚ ਖੋਲ੍ਹ ਕੇ ਰੱਖ ਦਿੰਦਾ। ਤਾਂ ਇਸ ਕਰਕੇ ਜਿਹੜਾ ਅਰਸਤੂ ਦਾ ਅਨੁਕਰਨ ਸਿਧਾਂਤ ਆ, ਉਹਦਾ ਸੌਖੇ ਜੇ ਆਪਾਂ ਸ਼ਬਦਾਂ ਵਿੱਚ ਆਪਾਂ ਗੱਲ ਕਰੀਏ ਤਾਂ ਅਰਸਤੂ ਇਹ ਮੰਨਦਾ ਵੀ ਜਿਹੜਾ ਕਾਵਿ ਆ ਉਹ ਜ਼ਿੰਦਗੀ ਦੀ ਨਕਲ ਆ, ਜ਼ਿੰਦਗੀ ਦੀ ਕਾਪੀ ਆ, ਪਰ ਉਹ ਹੂ ਕਾਪੀ ਨਹੀਂ ਹੈ। ਜਿਵੇਂ ਇੱਕ ਫੋਟੋਗ੍ਰਾਫਰ ਫੋਟੋ ਖਿੱਚ ਲੈਂਦਾ, ਠੀਕ ਹੈ, ਫੋਟੋਗ੍ਰਾਫਰ ਨੇ ਇੱਕ ਕੈਮਰੇ ਨਾਲ ਫੋਟੋ ਖਿੱਚ ਲਈ, ਉਹਦੇ ਅੱਗੇ ਜੋ ਵੀ ਦ੍ਰਿਸ਼ ਆਇਆ ਉਹ ਕੈਮਰੇ ਵਿੱਚ ਆ ਗਿਆ। ਪਰ ਇਹ ਅਨੁਕਰਨ ਇੱਕ ਫੋਟੋਗ੍ਰਾਫਰ ਦੀ ਫੋਟੋ ਖਿੱਚਣ ਵਾਲਾ ਨਹੀਂ ਹੈ। ਇਹ ਅਨੁਕਰਨ ਜਿਹੜਾ ਹੈ, ਇਹ ਜਿਹੜੀ ਨਕਲ ਹੈ, ਇਹ ਇੱਕ ਚਿੱਤਰਕਾਰ ਦੀ ਬਣਾਈ ਹੋਈ ਪੇਂਟਿੰਗ ਵਰਗਾ ਹੈ। ਇੱਕ ਚਿੱਤਰਕਾਰ ਜਦੋਂ ਪੇਂਟਿੰਗ ਬਣਾਉਂਦਾ ਤਾਂ ਉਹਦੇ ਵਿੱਚੋਂ ਜਦੋਂ ਕੋਈ ਦ੍ਰਿਸ਼ ਚਿੱਤਰ ਰਿਹਾ ਹੁੰਦਾ ਜਾਂ ਕਿਸੇ ਵਿਅਕਤੀ ਦੀ ਤਸਵੀਰ ਬਣਾ ਰਿਹਾ ਹੁੰਦਾ ਤਾਂ ਉਹਦੇ ਵਿੱਚ ਉਹ ਇੱਕ ਮੈਸੇਜ ਦੇ ਰਿਹਾ ਹੁੰਦਾ, ਜਾਂ ਉਹ ਇੱਕ ਜਦੋਂ ਵਿਅਕਤੀ ਦੀ ਤਸਵੀਰ ਬਣਾਊਗਾ ਅਤੇ ਉਹਦੇ ਹਾਵ ਭਾਵ ਇੱਦਾਂ ਦੇ ਬਣਾਊਗਾ, ਉਹ ਦੱਸੂਗਾ ਵੀ ਇਹ ਚਿੰਤਾ ਵਿੱਚ ਸੀ ਜਾਂ ਇਹ ਸੋਚ ਰਿਹਾ ਸੀ ਜਾਂ ਇਹ ਦਵੰਦ ਵਿੱਚ ਸੀ। ਇਵੇਂ ਜਦੋਂ ਕੋਈ ਦ੍ਰਿਸ਼ ਨੂੰ ਚਿੱਤਰ ਰਿਹਾ ਹੁੰਦਾ ਤਾਂ ਉਹਦੇ ਵਿੱਚ ਵੀ ਕੋਈ ਮਤਲਬ ਕੋਈ ਮੈਸੇਜ ਹੁੰਦਾ, ਕੋਈ ਜਾਣਕਾਰੀ ਹੁੰਦੀ ਆ, ਤਾਂ ਉਹ ਕ੍ਰੀਏਟ ਕਰਦਾ ਆਪਣੇ ਕੋਲੋਂ, ਜਾਣੀ ਕਿ ਉਹ ਦ੍ਰਿਸ਼ ਦੀ ਸੱਚਾਈ ਨੂੰ ਜਾਂ ਕਿਸੇ ਵਿਅਕਤੀ ਦੀ ਤਸਵੀਰ ਦੇ ਸੱਚ ਨੂੰ ਪੇਸ਼ ਕਰਨ ਦੇ ਨਾਲ ਨਾਲ ਉਹ ਆਪਣੇ ਕੋਲੇ ਵੀ ਕੁਝ ਕ੍ਰੀਏਟਿਵ ਜਿਹੜੇ ਹੈਗੇ ਆ ਤੱਤ ਉਹਦੇ ਵਿੱਚ ਚਿੱਤਰ ਦਿੰਦਾ। ਤਾਂ ਇੱਥੇ ਅਰਸਤੂ ਦਾ ਜਿਹੜਾ ਅਨੁਕਰਨ ਸਿਧਾਂਤ ਆ ਉਹ ਇੱਕ ਚਿੱਤਰਕਾਰ ਦੀ ਬਣਾਈ ਹੋਈ ਜਿਹੜੀ ਕਲਾਕ੍ਰਿਤੀ ਆ ਉਹਦੇ ਨਾਲ ਮੇਲ ਖਾਂਦਾ ਇੱਥੇ। ਤਾਂ ਅਰਸਤੂ ਨੇ ਬੜੀ ਮਹੱਤਤਾ ਦਿੱਤੀ ਆ ਅਨੁਕਰਨ ਨੂੰ। ਅਰਸਤੂ ਇਹ ਕਹਿੰਦਾ ਵੀ ਜਿਹੜਾ ਮਨੁੱਖ ਆ ਉਹ ਬਚਪਨ ਤੋਂ ਲੈ ਕੇ ਅੰਤ ਤੱਕ ਅਨੁਕਰਨ ਹੀ ਕਰਦਾ ਰਹਿੰਦਾ। ਬੱਚਾ ਜਦੋਂ ਜਨਮ ਲੈਂਦਾ ਉਹ ਅਨੁਕਰਨ ਦੇ ਰਾਹੀਂ ਭਾਸ਼ਾ ਨੂੰ ਸਿੱਖਦਾ, ਉਹ ਰਹਿਣ ਸਹਿਣ ਨੂੰ ਸਿੱਖਦਾ, ਕੱਪੜੇ ਪਾਉਣ ਦੇ ਸਲੀਕੇ ਨੂੰ ਉਹ ਸਿੱਖਦਾ, ਅਤੇ ਉਹ ਸਮਾਜ ਦੇ ਵਿੱਚ ਕਿਵੇਂ ਉਹਨੇ ਵਿਚਰਨਾ ਉਹਨੂੰ ਸਿੱਖਦਾ ਉਹ।
ਤਾਂ ਜ਼ਿੰਦਗੀ ਦੇ ਹਰ ਪੱਖ ਦੇ ਵਿੱਚ ਵਿਅਕਤੀ ਦੇ ਵਿੱਚ ਅਨੁਕਰਨ ਦੀ ਮਹੱਤਤਾ ਹੁੰਦੀ ਆ, ਕਿਉਂਕਿ ਅਨੁਕਰਨ ਦੇ ਰਾਹੀਂ ਹੀ ਉਹ ਆਪਣੇ ਵਿਅਕਤੀਤਵ ਨੂੰ ਅੱਗੇ ਲੈ ਕੇ ਜਾਂਦਾ। ਉਹ ਪਹਿਲਾਂ ਕਾਪੀ ਕਰਕੇ, ਦੇਖ ਕੇ, ਨਕਲ ਕਰਕੇ ਸਿੱਖਦਾ ਅਤੇ ਉਹਦੇ ਵਿੱਚ ਆਪਣੇ ਦਿਮਾਗ ਦੇ ਅਨੁਸਾਰ ਉਹਦੇ ਵਿੱਚ ਵਾਧਾ ਕਰਦਾ ਅਤੇ ਆਪਣੀ ਸ਼ਖਸੀਅਤ ਨੂੰ ਵਿਲੱਖਣ ਬਣਾਉਂਦਾ। ਤਾਂ ਇਸੇ ਤਰ੍ਹਾਂ ਹੀ ਜਦੋਂ ਅਰਸਤੂ ਕਾਵਿ ਦੀ ਗੱਲ ਕਰਦਾ ਅਤੇ ਕਾਵਿ ਦੇ ਵਿੱਚ ਅਨੁਕਰਨ ਦੇ ਸਿਧਾਂਤ ਦੀ ਗੱਲ ਕਰਦਾ, ਤਾਂ ਉਹ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਹਿੰਦਾ ਵੀ ਜਿਹੜਾ ਅਨੁਕਰਨ ਆ ਉਹ ਇੱਕ ਜ਼ਿੰਦਗੀ ਦੀ ਸੱਚਾਈ ਆ, ਇਹ ਕੁਦਰਤੀ ਆ, ਸੁਭਾਵਿਕ ਆ। ਇਸੇ ਤਰ੍ਹਾਂ ਹੀ ਜਿਹੜਾ ਸਾਹਿਤਕਾਰ ਆ, ਕਾਵਿ ਦੀ ਰਚਨਾ ਕਰਨ ਵਾਲਾ ਜਿਹੜਾ ਵਿਅਕਤੀ ਆ, ਉਹ ਭਾਵੇਂ ਕਾਪੀ ਕਰ ਰਿਹਾ, ਪਰ ਉਹ ਕਾਪੀ ਇੱਦਾਂ ਕਾਪੀ ਨਹੀਂ ਕਰ ਰਿਹਾ ਵੀ ਉਹ ਹੂ ਕਾਪੀ ਕਰ ਰਿਹਾ। ਉਹਦੇ ਵਿੱਚ ਉਹਦਾ ਸਿਰਜਣਾਤਮਕ ਤੱਤ ਵੀ ਸ਼ਾਮਲ ਹੈ। ਉਹ ਸਮਾਜ ਦੇ ਵਿੱਚੋਂ ਉਹ ਸੱਚ ਫੜ ਕੇ ਉਹਨੂੰ ਆਪਣੇ ਢੰਗ ਦੇ ਨਾਲ, ਆਪਣੇ ਮੁਹਾਂਦਰੇ ਦੇ ਨਾਲ ਉਹਨੂੰ ਲੋਕਾਂ ਦੇ ਸਾਹਮਣੇ ਜਾਂ ਸਮਾਜ ਦੇ ਸਾਹਮਣੇ ਫਿਰ ਚਿੱਤਰ ਕੇ ਸਾਹਮਣੇ ਰੱਖਦਾ। ਤਾਂ ਇਸ ਕਰਕੇ ਅਨੁਕਰਨ ਜਿਹੜਾ ਹੈ ਉਹ ਲਾਜ਼ਮੀ ਤੱਤ ਆ ਕਾਵਿ ਦਾ ਅਤੇ ਜੀਵਨ ਦਾ ਵੀ। ਇਸ ਸਿਧਾਂਤ ਦੇ ਉੱਪਰ ਅਰਸਤੂ ਖੜ੍ਹਾ, ਮਤਲਬ ਇਹ ਅਫਲਾਤੂਨ ਜਿਹੜਾ ਉਹਦਾ ਗੁਰੂ ਆ ਅਰਸਤੂ ਤੋਂ, ਉਹ ਤੋਂ ਇਹ ਬਿਲਕੁਲ ਵੱਖਰਾ ਜਿਹੜਾ ਸਿਧਾਂਤ ਆ ਉਹ ਦਿੰਦਾ। ਅਤੇ ਇਹ ਜਿਹੜਾ ਸਿਧਾਂਤ ਆ ਅਰਸਤੂ ਦਾ ਉਹ ਕਬੂਲਿਆ ਵੀ ਗਿਆ। ਅੱਜ ਤੱਕ ਵੀ ਅਰਸਤੂ ਦੇ ਸਿਧਾਂਤ ਦੀ ਪ੍ਰੋੜਤਾ ਕੀਤੀ ਜਾਂਦੀ ਆ, ਔਰ ਇਹ ਸੱਚ ਵੀ ਆ, ਲੱਗਦਾ ਕਿ ਇਹ ਸੱਚ ਆਪਾਂ ਨੂੰ। ਇਸੇ ਤਰ੍ਹਾਂ ਹੀ ਜਦੋਂ ਅਰਸਤੂ ਦੇ ਅਸੀਂ ਅਨੁਕਰਨ ਸਿਧਾਂਤ ਦੀ ਗੱਲ ਕਰਦੇ ਹਾਂ, ਠੀਕ ਹੈ, ਤਾਂ ਸੌਖੀ ਭਾਸ਼ਾ ਦੇ ਵਿੱਚ ਇਹ ਕਹਿ ਸਕਦੇ ਹਾਂ ਬਈ ਜਿਹੜਾ ਸਾਹਿਤਕਾਰ ਆ ਉਹ ਜੀਵਨ ਦੀ ਕਿਸੇ ਸੱਚਾਈ ਨੂੰ ਭਾਸ਼ਾ ਦੇ ਮਾਧਿਅਮ ਰਾਹੀਂ ਅਨੁਕਰਨ ਕਰਕੇ ਅੰਕਿਤ ਕਰ ਰਿਹਾ ਹੁੰਦਾ, ਸਮਾਜ ਦੇ ਅੱਗੇ ਪੇਸ਼ ਕਰ ਰਿਹਾ ਹੁੰਦਾ। ਜਿਵੇਂ ਆਪਾਂ ਜੇ ਸੌਖੀ ਭਾਸ਼ਾ ਦੇ ਵਿੱਚ, ਆਮ ਭਾਸ਼ਾ ਵਿੱਚ ਗੱਲ ਕਰਨੀ ਹੋਵੇ ਤਾਂ ਆਪਾਂ ਇਹ ਕਹਾਂਗੇ ਬਈ ਸਮਾਜ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਹੁੰਦੀਆਂ ਨੇ, ਬਹੁਤ ਸਾਰੇ ਜਿਹੜੇ ਗਲਤ ਤੱਤ ਹੁੰਦੇ ਨੇ, ਬਹੁਤ ਸਾਰਾ, ਜਿਵੇਂ ਆਪਾਂ ਕਹਿ ਦਈਏ ਵੀ ਬਹੁਤ ਸਾਰਾ ਸਮਾਜ ਦੇ ਵਿੱਚ ਕਰੂਰ ਚੀਜ਼ਾਂ ਨੇ, ਬਹੁਤ ਸਾਰਾ ਗੰਦ ਆ ਸਮਾਜ ਦੇ ਵਿੱਚ। ਤਾਂ ਉਸ ਗੰਦ ਨੂੰ ਫੜ ਕੇ ਉਹਨੂੰ ਕੈਚ ਕਰਕੇ ਉਸ ਨੂੰ ਇਸ ਤਰੀਕੇ ਦੇ ਨਾਲ ਹੋਰ ਕਰੂਰ ਬਣਾ ਕੇ ਜਾਂ ਉਹਨੂੰ ਹੋਰ ਗੰਦਾ ਦਿਖਾ ਕੇ ਸਮਾਜ ਦੇ ਮੂਹਰੇ ਰੱਖ ਦੇਣਾ, ਉਹਨੂੰ ਦੱਸਣਾ ਬਈ ਤੇਰੇ ਵਿੱਚ ਤਾਂ ਇੰਨਾ ਗੰਦ ਪਿਆ, ਇਹਨੂੰ ਸੁਧਾਰ, ਇਸ ਕਰੂਰ ਤੱਤ ਨੂੰ ਠੀਕ ਕਰ, ਇਹ ਠੀਕ ਨਹੀਂ ਹੈਗਾ। ਤਾਂ ਇਸ ਕਰਕੇ ਜਿਹੜਾ ਸਾਹਿਤ ਆ ਉਹ ਭਾਵੇਂ ਅਨੁਕਰਨ ਤਾਂ ਹੈ, ਪਰ ਉਹ ਅਨੁਕਰਨ ਉਹਦੇ ਵਿੱਚ ਜਿਹੜਾ ਹੁੰਦਾ ਵਾ ਉਹ ਸਮਾਜ ਦੀ ਬਿਹਤਰੀ ਲਈ ਹੁੰਦਾ, ਸਮਾਜ ਦੇ ਭਲੇ ਲਈ ਹੁੰਦਾ। ਇਹ ਇਸੇ ਹੀ ਵਿਚਾਰ ਦੀ ਪ੍ਰੋੜਤਾ ਅਰਸਤੂ ਦਾ ਅਨੁਕਰਨ ਸਿਧਾਂਤ ਕਰਦਾ। ਤਾਂ ਅੱਗੇ ਜਾ ਕੇ ਇਸ ਸਿਧਾਂਤ ਦੇ ਵਿੱਚ ਅਰਸਤੂ ਅਨੁਕਰਨ ਕਿਸ ਤਰ੍ਹਾਂ ਹੁੰਦਾ ਉਹਦੀਆਂ ਵੀ ਦੋ ਤਿੰਨ ਕੈਟਾਗਰੀਆਂ ਬਣਾਉਂਦਾ। ਪਹਿਲੀ ਕੈਟਾਗਰੀ ਤਾਂ ਉਹ ਇਹ ਬਣਾਉਂਦਾ ਵੀ ਜਿਹੜਾ ਅਨੁਕਰਨ ਆ ਉਹਦੀ ਪੇਸ਼ਕਾਰੀ ਉਹ ਕਹਿੰਦਾ ਵੀ ਤਿੰਨ ਤਰੀਕਿਆਂ ਨਾਲ ਹੋ ਸਕਦੀ ਆ। ਪਹਿਲਾ ਢੰਗ ਆ ਵਰਣਨ ਦੀ ਵਿਧੀ ਵਰਤਾਂਤ ਦੇ ਵਿੱਚ, ਠੀਕ ਹੈ। ਜਦੋਂ ਕਵੀ ਕੁਛ ਲਿਖ ਰਿਹਾ ਵਾ, ਸਾਹਿਤਕਾਰ ਕੋਈ ਸਿਰਜਣਾ ਕਰ ਰਿਹਾ, ਤਾਂ ਉਹ ਆਪਣੇ ਵੱਲੋਂ ਵਰਣਨ ਕਰ ਰਿਹਾ ਹੁੰਦਾ ਸਮਾਜ ਦੇ ਕਿਸੇ ਵੀ ਘਟਨਾ ਦਾ, ਕਿਸੇ ਵੀ ਵਿਚਾਰ ਦਾ, ਉਹ ਆਪਣੇ ਵੱਲੋਂ ਵਿਆਖਿਆ ਕਰ ਰਿਹਾ ਹੁੰਦਾ। ਇਹ ਇੱਕ ਵਿਧੀ ਆ ਅਨੁਕਰਨ ਨੂੰ ਪੇਸ਼ ਕਰਨ ਦੀ। ਤਾਂ ਦੂਜੀ ਆ ਕਿਸੇ ਪਾਤਰ ਦੇ ਮੂੰਹੋਂ ਬੁਲਵਾ ਕੇ, ਜਿਵੇਂ ਅਸੀਂ ਦੇਖਦੇ ਹਾਂ ਨਾਵਲ ਪੜ੍ਹਦੇ ਹਾਂ, ਕਹਾਣੀਆਂ ਪੜ੍ਹਦੇ ਹਾਂ, ਜਾਂ ਨਾਟਕਾਂ ਵਿੱਚ ਡਾਇਲੋਗ ਰਾਹੀਂ ਸੰਵਾਦ ਰਚਾਇਆ ਜਾਂਦਾ, ਤਾਂ ਉਹਦੇ ਵਿੱਚ ਇੱਕ ਪਾਤਰ ਦੂਜੇ ਪਾਤਰ ਨੂੰ ਸੰਬੋਧਨ ਹੁੰਦਾ। ਉਹਦੇ ਵਿੱਚ ਉਹੀ ਜਿਹੜਾ ਸਮਾਜ ਦੇ ਵਿੱਚੋਂ ਜਿਹੜੀ ਤਸਵੀਰ ਖਿੱਚ ਕੇ ਪੇਸ਼ ਕਰਨੀ ਹੁੰਦੀ ਆ, ਉਹ ਅਨੁਕਰਨ ਪਾਤਰਾਂ ਦੀ ਜ਼ੁਬਾਨੀ ਜਿਹੜਾ ਪੇਸ਼ ਕੀਤਾ ਜਾ ਸਕਦਾ। ਤਾਂ ਤੀਜਾ ਅਰਸਤੂ ਨੇ ਕਿਹਾ ਵਾ ਵੀ ਨਾਟਕੀ ਵਿਧੀ ਹੋ ਸਕਦੀ ਹੈ, ਜਿਵੇਂ ਰੰਗਮੰਚ ਦੇ ਉੱਪਰ ਜਾਂ ਨਾਟਕੀ ਤਰੀਕੇ ਦੇ ਨਾਲ ਜਾਂ ਵਿਅੰਗ ਦੇ ਵਿੱਚ ਸਮਾਜ ਦੇ ਕਿਸੇ ਕਰੂਰ ਚਿਹਰੇ ਨੂੰ ਸਾਹਮਣੇ ਲੈ ਕੇ ਆਉਣਾ, ਉਹਦਾ ਅਨੁਕਰਨ ਕਰ ਦੇਣਾ। ਤਾਂ ਇਹ ਤਿੰਨ ਵਿਧੀਆਂ ਅੱਗੇ ਉਹਨੇ ਮਤਲਬ ਇਹਦੀ ਵਿਆਖਿਆ ਵੀ ਕੀਤੀ ਆ, ਜਿਹੜਾ ਕਿ ਇਸ ਵਿਸ਼ੇ ਦਾ, ਚਲੋ ਇਸ ਵਿਸ਼ੇ ਨਾਲ ਕੋਈ ਬਾਹਲਾ ਉਹਦਾ ਰਾਬਤਾ ਨਹੀਂ ਹੈ, ਇਹਦੇ ਅੱਗੇ ਆਪਾਂ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ।
ਕਿਉਂਕਿ ਤੁਹਾਡੇ ਜਿਹੜੇ ਸਿਲੇਬਸ ਦੇ ਵਿੱਚ ਹੈ ਉਹ ਅਰਸਤੂ ਦੇ ਅਨੁਕਰਨ ਸਿਧਾਂਤ ਦੀ ਸੰਖੇਪ ਜਾਣਕਾਰੀ ਹੀ ਹੈ ਤੁਹਾਡੇ ਸਿਲੇਬਸ ਦੇ ਵਿੱਚ। ਅਸੀਂ ਉੱਥੋਂ ਤੱਕ ਸੀਮਤ ਰਵਾਂਗੇ। ਤਾਂ ਇਸ ਤਰ੍ਹਾਂ ਮਤਲਬ ਅਰਸਤੂ ਦੀ ਇਹ ਧਾਰਨਾ ਵੀ ਅਨੁਕਰਨ ਜਿਹੜਾ ਹੈ ਉਹ ਮਨੁੱਖ ਦੀ ਇੱਕ ਸੁਭਾਵਿਕ ਬਿਰਤੀ ਆ। ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਕੇ ਹਟੇ ਹਾਂ, ਮਨੁੱਖ ਇਸ ਤੋਂ ਭੱਜ ਨਹੀਂ ਸਕਦਾ। ਮਨੁੱਖ ਅਨੁਕਰਨ ਕਰਦਾ, ਬਚਪਨ ਤੋਂ ਕਰਦਾ ਆ ਰਿਹਾ ਅਤੇ ਕਰਦਾ ਰਹੇਗਾ ਉਹ। ਅਤੇ ਇਸ ਅਨੁਕਰਨ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਵ ਨੇ ਉਹ ਛੁਪੇ ਹੋਏ ਨੇ। ਮਨੁੱਖ ਇਸ ਅਨੁਕਰਨ ਦੀ ਕਿਰਿਆ ਦੇ ਵਿੱਚੋਂ ਉਹ ਆਨੰਦ ਵੀ ਲੈਂਦਾ, ਉਹ ਤਰਾਸਦੀ ਦਾ ਜਿਹੜਾ ਉਹਦੇ ਅੰਦਰ ਮਾਦਾ ਹੈ ਉਹਨੂੰ ਬਾਹਰ ਵੀ ਕੱਢਦਾ ਉਹ ਤਰਾਸਦੀ ਦੇ ਰਾਹੀਂ। ਤਾਂ ਇਸ ਤਰ੍ਹਾਂ ਅਨੁਕਰਨ ਕਰਦਿਆਂ ਹੋਇਆਂ ਜਿਹੜਾ ਇਨਸਾਨ ਆ ਜਾਂ ਜਿਹੜਾ ਕਵੀ ਆ ਉਹ ਬਹੁਤ ਸਾਰੇ ਆਪਣੇ ਅੰਦਰੋਂ ਵਿਕਾਰ ਜਿਹੜੇ ਹੈਗੇ ਆ ਉਹ ਬਾਹਰ ਵੀ ਕੱਢ ਰਿਹਾ ਹੁੰਦਾ। ਤਾਂ ਇਹ ਕਹਿਣ ਦਾ ਭਾਵ ਹੈ ਵੀ ਜਿਹੜਾ ਅਨੁਕਰਨ ਆ ਉਹ ਲਾਈਫ ਦਾ ਇੱਕ ਜ਼ਰੂਰੀ ਪਾਰਟ ਹੈ। ਇਹ ਸਹਿ ਸੁਭਾਅ ਹੀ ਕੁਦਰਤੀ ਤੌਰ 'ਤੇ ਹਰ ਮਨੁੱਖ ਤੋਂ ਹੋ ਜਾਂਦਾ। ਤਾਂ ਇਸ ਤਰ੍ਹਾਂ ਅੱਗੇ ਅਰਸਤੂ ਇਸ ਦੀ ਹੋਰ ਵਿਆਖਿਆ ਕਰਦਾ। ਉਹ ਕਹਿੰਦਾ ਵੀ ਜਿਹੜਾ ਅਨੁਕਰਨ ਆ ਉਹਦੀ ਉਹ ਮਹੱਤਤਾ ਇੱਥੋਂ ਤੱਕ ਲੈ ਜਾਂਦਾ। ਉਹ ਕਹਿੰਦਾ ਵੀ ਜਿਹੜਾ ਅਨੁਕਰਨ ਆ ਨਾ ਉਹ ਕਾਵਿ ਦਾ ਕੇਂਦਰੀ ਬਿੰਦੂ ਆ। ਵੀ ਜੇ ਕਾਵਿ ਦੀ ਸਿਰਜਣਾ ਅਸੀਂ ਸੋਚੀਏ ਵੀ ਕਾਵਿ ਦੀ ਸਿਰਜਣਾ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਤੱਤ ਕਿਹੜਾ ਵਾ, ਤਾਂ ਅਰਸਤੂ ਅਨੁਕਰਨ ਨੂੰ ਕਾਵਿ ਦੀ ਸਿਰਜਣਾ ਦਾ ਸਭ ਤੋਂ ਜ਼ਰੂਰੀ ਤੱਤ ਮੰਨਦਾ। ਉਹਦਾ ਕੇਂਦਰੀ ਧੁਰਾ ਮੰਨਦਾ ਅਨੁਕਰਨ ਨੂੰ। ਅਨੁਕਰਨ ਦੇ ਆਸੇ ਪਾਸੇ ਹੀ ਜਿਹੜੀ ਹੈਗੀ ਆ ਕਾਵਿ ਦੀ ਸਿਰਜਣਾ ਬੁਣੀ ਜਾ ਸਕਦੀ ਆ। ਇਸ ਤਰ੍ਹਾਂ ਦਾ ਉਹਦੇ ਸਿਧਾਂਤ ਦੇ ਵਿੱਚ ਜਿਹੜਾ ਵਿਚਾਰ ਮਿਲਦਾ। ਤਾਂ ਇਹਦੀ ਬਹੁਤ ਖੁੱਲ੍ਹ ਕੇ ਵਿਆਖਿਆ ਕੀਤੀ ਆ ਅਰਸਤੂ ਨੇ, ਬਹੁਤ ਸੂਖਮ ਤਰੀਕੇ ਨਾਲ ਕੀਤੀ ਹੋਈ ਆ। ਬਹੁਤ ਛੋਟੀਆਂ ਛੋਟੀਆਂ ਉਦਾਹਰਨਾਂ ਵੀ ਦਿੱਤੀਆਂ ਹੋਈਆਂ ਨੇ ਉਹਨੇ। ਬਈ ਜਿਹੜਾ ਅਨੁਕਰਨ ਹੁੰਦਾ ਉਹ ਕੋਈ ਫਜ਼ੂਲ ਦੀ ਗੱਲ ਨਹੀਂ ਹੁੰਦੀ, ਉਹਦੇ ਵਿੱਚ ਕੋਈ ਐਵੇਂ ਫਜ਼ੂਲ ਦੀਆਂ ਗੱਲਾਂ ਨਹੀਂ ਹੁੰਦੀਆਂ ਜਾਂ ਉਹ ਹਲਕੀਆਂ ਫੁਲਕੀਆਂ ਗੱਲਾਂ ਨਹੀਂ ਹੁੰਦੀਆਂ। ਜਿਹੜਾ ਸਾਹਿਤ ਦੇ ਵਿੱਚ ਕਾਵਿ ਦੇ ਵਿੱਚ ਜਿਹੜਾ ਅਨੁਕਰਨ ਹੋ ਰਿਹਾ ਹੁੰਦਾ ਉਹਦੇ ਬਹੁਤ ਸਾਰੇ ਅਰਥ ਹੁੰਦੇ ਨੇ, ਬਹੁਤ ਸਾਰੇ ਉਹਦੇ ਪਹਿਲੂ ਹੁੰਦੇ ਨੇ ਜਿਹੜੇ ਕਿ ਜ਼ਿੰਦਗੀ ਦੇ ਸੱਚ ਨੂੰ ਬਿਆਨ ਕਰ ਰਹੇ ਹੁੰਦੇ ਨੇ। ਇਸ ਕਰਕੇ ਅਰਸਤੂ ਦੇ ਅਨੁਕਰਨ ਦੇ ਸਿਧਾਂਤ ਦੀ ਜੇ ਆਪਾਂ ਥੋੜ੍ਹੇ ਸ਼ਬਦਾਂ ਦੇ ਵਿੱਚ ਵਿਆਖਿਆ ਕਰਨੀ ਹੋਵੇ ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਅਰਸਤੂ ਦਾ ਅਨੁਕਰਨ ਦਾ ਸਿਧਾਂਤ ਇਸ ਗੱਲ ਦੇ ਉੱਪਰ ਖੜ੍ਹਾ ਬਈ ਜਿਹੜਾ ਕਾਵਿ ਆ ਉਹ ਜ਼ਿੰਦਗੀ, ਅਸਲ ਜ਼ਿੰਦਗੀ ਦਾ ਅਨੁਕਰਨ ਆ, ਅਸਲ ਜ਼ਿੰਦਗੀ ਦਾ ਕਾਪੀ ਹੈ। ਪਰ ਉਹ ਇਸ ਤਰ੍ਹਾਂ ਦੀ ਕਾਪੀ ਨਹੀਂ ਹੈ ਵੀ ਉਹ ਹੂਬ ਕਾਪੀ ਹੈ। ਸਾਹਿਤਕਾਰ ਜਾਂ ਕਵੀ ਅਨੁਕਰਨ ਤਾਂ ਕਰਦਾ, ਉਹਦੀ ਤਸਵੀਰ ਤਾਂ ਖਿੱਚਦਾ, ਪਰ ਉਹ ਕਿਸੇ ਫੋਟੋਗ੍ਰਾਫਰ ਵਾਂਗ ਤਸਵੀਰ ਨਹੀਂ ਖਿੱਚਦਾ। ਉਹ ਕਿਸੇ ਚਿੱਤਰਕਾਰ ਵਾਂਗ ਤਸਵੀਰ ਬਣਾਉਂਦਾ ਕਾਪੀ ਕਰਕੇ, ਜਿਹਦੇ ਵਿੱਚ ਉਹਦੀ ਆਪਣੀ ਸਿਰਜਣਾ ਹੁੰਦੀ ਆ, ਉਹਦੀ ਕਲਪਨਾ ਹੁੰਦੀ ਆ ਅਤੇ ਆਪਣੀ ਉਹਦੀ ਸਮਰੱਥਾ ਹੁੰਦੀ ਆ ਸੰਚਾਰ ਕਰਨ ਦੀ, ਆਪਣਾ ਮੈਸੇਜ ਅੱਗੇ ਦੇਣ ਦੀ। ਤਾਂ ਇਹ ਜਿਹੜਾ ਹੈ ਅਰਸਤੂ ਦਾ ਜਿਹੜਾ ਅਨੁਕਰਨ ਦਾ ਸਿਧਾਂਤ ਆ ਉਹਦਾ ਇਹ ਆਪਾਂ ਥੋੜ੍ਹੇ ਸ਼ਬਦਾਂ ਦੇ ਵਿੱਚ ਨਿਚੋੜ ਇੱਦਾਂ ਦੇਖ ਸਕਦੇ ਹਾਂ। ਤਾਂ ਜਿਹੜਾ ਅਰਸਤੂ ਨੇ ਅਨੁਕਰਨ ਦਾ ਸਿਧਾਂਤ ਦਿੱਤਾ, ਜੇ ਆਪਾਂ ਉਹਦੀ ਗੱਲ ਕਰੀਏ, ਉਹਦੇ ਪਿੱਛੇ ਦਲੀਲਾਂ ਦੀ ਗੱਲ ਕਰੀਏ, ਤਾਂ ਅਰਸਤੂ ਨੇ ਅਨੁਕਰਨ ਦਾ ਸਿਧਾਂਤ ਸਿਰਫ ਕਲਪਨਾ ਦੇ ਆਧਾਰ 'ਤੇ ਜਾਂ ਫੋਕੀਆਂ ਦਲੀਲਾਂ ਦੇ ਆਧਾਰ 'ਤੇ ਨਹੀਂ ਦਿੱਤਾ। ਉਹਨੇ ਬਹੁਤ ਸਾਰੀਆਂ ਜਿਹੜੀਆਂ ਰਚਨਾਵਾਂ ਉਹਨਾਂ ਦਾ ਅਧਿਐਨ ਕੀਤਾ, ਉਹਨਾਂ ਨੂੰ ਬੇਸ ਬਣਾਇਆ। ਬਹੁਤ ਸਾਰੀਆਂ ਮਤਲਬ ਬਹੁਤ ਸਾਰੇ ਵੱਡੇ ਮਹਾਂਕਾਵ ਮਤਲਬ ਕਾਵਿ ਦੀਆਂ ਕੈਟਾਗਰੀਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾ ਕੇ ਉਹਨੇ ਆਪਣੇ ਇਸ ਸਿਧਾਂਤ ਨੂੰ ਪੇਸ਼ ਕੀਤਾ। ਉਹਦੇ ਪਿੱਛੇ ਬਹੁਤ ਸਾਰੀਆਂ ਦਲੀਲਾਂ ਨੇ ਉਹਦੇ ਕੰਮ ਕਰਦੀਆਂ। ਕਵਿਤਾ ਦੇ ਵਿੱਚੋਂ ਦਲੀਲਾਂ ਲੈ ਕੇ, ਕਾਵਿ ਦੇ ਵਿੱਚੋਂ ਮਹਾਂਕਾਵਿ ਦਾ ਅਧਿਐਨ ਕਰਕੇ ਉਹਨੇ ਦਲੀਲਾਂ ਸਹਿਤ ਇਸ ਸਿਧਾਂਤ ਦੀ ਪ੍ਰੋੜਤਾ ਕੀਤੀ ਆ, ਜਿਹੜੀਆਂ ਦਲੀਲਾਂ ਨੂੰ ਕੱਟਿਆ ਨਹੀਂ ਜਾ ਸਕਦਾ। ਤਾਂ ਕਹਿਣ ਦਾ ਭਾਵ ਇਹ ਆ ਵੀ ਅਰਸਤੂ ਦਾ ਜਿਹੜਾ ਅਨੁਕਰਨ ਦਾ ਸਿਧਾਂਤ ਆ ਉਹ ਸਿਰਫ ਇੱਕ ਮਹਿਜ਼ ਕਲਪਨਾ ਨਹੀਂ ਜਾਂ ਉਹਦੇ ਵਿੱਚ ਕੋਈ ਫੋਕੀ ਦਲੀਲਬਾਜ਼ੀ ਨਹੀਂ ਹੈ। ਉਹਨੇ ਇੱਕ ਬਕਾਇਦਾ ਸਟੱਡੀ ਕਰਕੇ, ਇੱਕ ਪ੍ਰੈਕਟੀਕਲੀ ਇੱਕ ਪ੍ਰਯੋਗ ਕਰਕੇ ਕਾਵਿ ਦੇ ਉੱਪਰ ਜਾਂ ਮਹਾਂਕਾਵਿ ਦੇ ਉੱਪਰ ਇੱਕ ਪ੍ਰਯੋਗ ਕਰਕੇ ਆਪਣੇ ਇਸ ਸਿਧਾਂਤ ਨੂੰ ਪੇਸ਼ ਕੀਤਾ। ਅਤੇ ਇਸ ਸਿਧਾਂਤ ਦੀਆਂ ਜਿਹੜੀਆਂ ਮਤਲਬ ਪੱਖ ਨੇ, ਵੱਖ-ਵੱਖ ਸਿਧਾਂਤ ਦੇ ਦਲੀਲਾਂ ਨੇ ਜਾਂ ਉਹਨੂੰ ਅੱਗੇ ਵਿਅਕਤ ਕਰਨ ਦੇ ਜਿਹੜੇ 3 ਕੈਟਾਗਰੀਆਂ ਦੱਸੀਆਂ ਨੇ, ਉਹ ਸਾਰੀਆਂ ਪ੍ਰੈਕਟੀਕਲੀ ਉਹਨੇ ਇੱਕ ਪ੍ਰਯੋਗ ਦੇ ਵਿੱਚੋਂ ਕੱਢੀਆਂ ਨੇ।
ਉਹ ਪ੍ਰਯੋਗ ਦੇ ਵਿੱਚੋਂ ਕੱਢ ਕੇ ਉਹਨੇ ਆਪਣਾ ਇਹ ਸਿਧਾਂਤ ਦਿੱਤਾ। ਇਸ ਸਿਧਾਂਤ ਦੀ ਬੜੀ ਹੀ ਮਹੱਤਤਾ ਹੈ। ਤੁਹਾਡੇ ਸਿਲੇਬਸ ਦੇ ਵਿੱਚ ਤੁਹਾਨੂੰ ਇਹ ਅਨੁਕਰਨ ਦਾ ਜਿਹੜਾ ਸਿਧਾਂਤ ਆ ਉਹ ਪੇਪਰ ਦੇ ਵਿੱਚ ਆਵੇਗਾ। ਮੈਂ ਬੜੇ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਇਹਦੀ ਸੰਖੇਪ ਜਾਣਕਾਰੀ ਦਿੱਤੀ ਆ ਅਤੇ ਮੈਨੂੰ ਆਸ ਆ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਇਹਦੀ ਤੁਸੀਂ ਧਿਆਨ ਨਾਲ ਸਟੱਡੀ ਕਰ ਲਿਓ, ਬੁੱਕ ਤੋਂ ਵੀ ਰੀਡ ਕਰ ਲਿਓ, ਤੁਹਾਨੂੰ ਬੁੱਕ ਤੋਂ ਮਿਲ ਜੂਗਾ ਇਹ, ਤਾਂ ਇਹਦੀ ਤਿਆਰੀ ਕਰ ਲਿਓ। ਬੜਾ ਸਿੰਪਲ ਆ ਇਹ, ਬੜਾ ਸੌਖਾ ਵਾ। ਅਗਲੇ ਵਿਸ਼ੇ ਦੇ ਨਾਲ ਆਪਾਂ ਫਿਰ ਮਿਲਾਂਗੇ। ਧੰਨਵਾਦ।